गुड मॉर्निंग बच्चों मैटल एंड नॉन मैटल क्लास 10th ਦਾ ਆਪਾਂ ਸਾਇੰਸ ਦਾ ਪੜ੍ਹਦੇ ਪਏ ਆ। ਅੱਜ ਇਹਦਾ ਸੈਕਿੰਡ ਪਾਰਟ ਦੇਖਾਂਗੇ। ਮੈਂ ਤੁਹਾਨੂੰ ਫਿਜ਼ੀਕਲੀ ਦੱਸਦਾ ਪਿਆ ਸੀ, ਤਿੰਨ ਮੈਂ ਦੱਸ ਚੁੱਕਿਆ ਵਾਂ। ਇੱਕ ਫਿਜ਼ੀਕਲ ਸਟੇਟ ਸੋਲਿਡ, दूसरा ਮੈਲੀਏਬਲ, तीसरा ਡਕਟਾਈਲ, चौथा देखियो metals are good conductor of heat and electricity। ਇਹਦਾ ਮੀਨਿੰਗ ਹੈਗਾ ਵਾ ਵੀ ਮੈਟਲਸ ਵਿੱਚੋਂ ਹੀਟ ਵੀ ਪਾਸ ਕਰ ਜਾਂਦੀ ਹੈ ਤੇ ਇਲੈਕਟ੍ਰਿਸਿਟੀ ਵੀ ਪਾਸ ਕਰ ਜਾਂਦੀ। ਠੀਕ ਹੈ, ਹੀਟ ਕਿਵੇਂ ਪਾਸ ਕਰਦੀ ਆ? ਜਿਵੇਂ ਆ ਕੋਈ ਮੈਟਲ ਰੋਡ ਹੈ, ਸੋਲਿਡ ਹੁੰਦਾ ਮੈਟਲ ਰੋਡ, ਐਟਮਸ ਇਦਾਂ ਲਾਗੇ जुड़े होंगे क्योंकि सॉलिड विच इंटरमोलीक्यूलर स्पेस बहुत घट हुंदी एटम्स दे विच ते इंटरमोलीक्यूलर फोर्स ज़्यादा हुंदी है, बड़ा क्लोजली होणगे पैक्ड। आपां एक बन्निओ हीट करना शुरू करता, इधर टैंपरेचर ज़्यादा है T1, इधर टैंपरेचर घट है T2। T1 हाई टैंपरेचर, T2 हैगा लो टैंपरेचर। ਤੇ ਹੀਟ ਹਮੇਸ਼ਾ ਹਾਈ ਟੂ ਲੋ ਹੀ ਜਾਂਦੀ, ਕਦੀ ਵੀ ਲੋ ਟੂ ਹਾਈ ਨਹੀਂ ਆਊਗੀ। ਲੋ ਟੂ ਹਾਈ ਕਰਨ ਦੇ ਲਈ ਉਹ ਵੱਖਰਾ ਹੁੰਦਾ ਰੈਫਰੀਜਰੇਟਰ ਵਗੈਰਾ। ਆਪਾਂ ਉਸ ਸਟੈਂਡਰਡ ਦੀ ਚੀਜ਼ ਪੜ੍ਹਦੇ ਹੀ ਨਹੀਂ ਪਏ, ਉਹ ਅੱਗੇ ਵੱਡੀਆਂ ਕਲਾਸਾਂ 'ਚ ਆ। ਮੈਂ ਸਿਰਫ ਥੋੜਾ ਤੁਹਾਨੂੰ ਸਮਝਾਉਣਾ ਵੀ ਮੈਟਲ 'ਚੋਂ ਹੀਟ ਕਿੱਦਾਂ ਫਲੋ ਕਰ ਜਾਂਦੀ, ਕਿਉਂ ਆਪਾਂ ਕਿਹਾ ਗੁੱਡ ਕੰਡਕਟਰ ਆਫ ਹੀਟ। ਜੇਕਰ ਆਪਾਂ ਨੂੰ ਇਧਰੋਂ ਗਰਮ ਕਰਦੇ ਆ ਤੇ ਆਹ ਮੋਲੀਕਿਊਲ ਜਿਹੜਾ ਵਾ ਇਹ ਵਾਈਬ੍ਰੇਟ ਕਰਨਾ ਸ਼ੁਰੂ ਹੋ ਜਾਂਦਾ। ਇਹ ਮੋਲੀਕਿਊਲ ਇੱਥੇ ਵਾਈਬ੍ਰੇਸ਼ਨ ਹੁੰਦੀ, ਇਹ ਇੱਧਰ ਆਉਂਦਾ ਤੇ ਇਹਦੇ ਕਾਰਨ ਅਗਲਾ ਮੋਲੀਕਿਊਲ ਵਾਈਬ੍ਰੇਟ ਕਰਨ ਡੈ ਪੈਂਦਾ, ਫਿਰ ਅਗਲਾ। ਇੱਕ ਜਗ੍ਹਾ ਤੋਂ ਹੀਟ ਜਾਂਦੀ ਐਂਡ ਤੇ ਪਹੁੰਚ ਜਾਂਦੀ ਤੇ ਜਦ ਇਹ ਇੱਕ ਦੂਜੇ ਨਾਲ ਟਕਰਾ ਕੇ ਹੀਟ ਦਾ ਇਫੈਕਟ ਅੱਗੇ ਭੇਜੀ ਜਾਂਦੇ, ਉਸ ਪ੍ਰੋਸੈਸ ਨੂੰ ਕਹੀਦਾ ਕੰਡਕਸ਼ਨ। ਤੇ ਇੱਥੇ ਟ੍ਰਾਂਸਫਰ ਆਫ ਹੀਟ ਕਿਹਦੇ ਥਰੂ ਹੁੰਦਾ? ਕੰਡਕਸ਼ਨ ਦੇ ਥਰੂ। ਹੀਟ ਤਿੰਨ ਤਰੀਕਿਆਂ ਨਾਲ ਟ੍ਰਾਂਸਫਰ ਹੋ ਸਕਦੀ ਆ, ਕੰਡਕਸ਼ਨ, ਕਨਵੈਕਸ਼ਨ ਤੇ ਰੇਡੀਏਸ਼ਨ। ਤੇ ਆਪਾਂ ਸਿਰਫ ਇਹੋ ਦੇਖਣਾ ਵੀ ਮੈਟਲ ਰੋਡ ਦੇ ਵਿੱਚ ਹੀਟ ਕਿੱਦਾਂ ਟ੍ਰਾਂਸਫਰ ਹੁੰਦੀ ਡਿਊ ਟੂ ਕੰਡਕਸ਼ਨ। ਤੇ ਇਹਦਾ ਇੱਕ ਆਪਣੀ ਬੁੱਕ ਤੇ ਹੋਰ ਐਕਟੀਵਿਟੀ ਵੀ ਹੈਗੀ ਆ ਵੀ ਇੱਕ ਰੋਡ ਹੈ, ਉਹਦੇ ਨਾਲ ਇੱਥੇ ਵੈਕਸ ਨੂੰ ਲਾਇਆ ਗਿਆ, ਮੋਮ ਨੂੰ, ਤੇ ਪਿੰਨ ਨੂੰ ਇਸ ਮੋਮ ਦੇ ਵਿੱਚ ਅਟੈਚ ਕਰ ਦਿੱਤਾ ਗਿਆ। ਆ ਪਿੰਨ ਆ, ਆਪਣੇ ਕੋਲ ਹੈਗੀ ਵੈਕਸ ਤੇ ਆ ਹੈਗੀ ਆਪਣੇ ਕੋਲ ਰੋਡ, ਮੈਟਲ ਰੋਡ। ਇੱਕ ਬੰਨਿਓ ਬਰਨਰ ਦੇ ਥਰੂ, ਆ ਬਰਨਰ ਹੈ, ਬਰਨਰ ਦੇ ਥਰੂ ਇਹਨੂੰ ਹੀਟ ਕੀਤਾ ਗਿਆ। ਹੀਟ ਕਰਾਂਗੇ ਤੇ ਹੀਟ ਫਲੋ ਹੁੰਦੀ ਜਦ ਇੱਥੇ ਪਹੁੰਚੀ ਤੇ ਪਿੰਨ ਆਪੇ ਡਿੱਗ ਪੈਣੀ ਕਿਉਂਕਿ ਮੋਮ ਨੇ ਪਿਘਲ ਜਾਣਾ। ਠੀਕ ਹੈ, ਤੇ ਇਸ ਪ੍ਰੋਸੈਸ ਨੂੰ ਇਹੋ ਹੀ ਪ੍ਰੋਸੈਸ ਕੰਡਕਸ਼ਨ ਹੀ ਹੁੰਦਾ ਪਿਆ। ਤੇ ਇਹ ਤੋਂ ਇੱਕ ਐਵੀਡੈਂਸ ਮਿਲ ਜਾਂਦਾ ਵੀ ਵਾਕਿਆ ਹੀ ਹੀਟ ਇੱਕ ਐਂਡ ਤੋਂ ਦੂਜੇ ਐਂਡ ਤੱਕ ਚਲ ਜਾਂਦੀ ਮੈਟਲਸ ਦੇ ਵਿੱਚ। ਉਸ ਤੋਂ ਬਾਅਦ ਇਲੈਕਟ੍ਰਿਸਿਟੀ ਜਿਹੜੀ ਆ ਉਹਦੇ ਲਈ ਐਕਟੀਵਿਟੀ ਕੀ ਹੈਗੀ? ਇੱਕ ਸਰਕਟ ਤਿਆਰ ਕੀਤਾ ਗਿਆ। ਸਰਕਟ ਆਪਾਂ ਸਮਝ ਸਕਦੇ ਜਿਹਦੇ 'ਚ ਕੋਈ ਨਾ ਕੋਈ ਸੋਰਸ ਆਫ ਇਲੈਕਟ੍ਰਿਸਿਟੀ ਹੋਣਾ ਚਾਹੀਦਾ। ਸੈੱਲ ਬੈਟਰੀ, ਸਵਿਚ ਲਾ ਦਿੱਤਾ ਗਿਆ ਤੇ ਇਧਰ ਨਾਲ ਆਪਾਂ ਕੀ ਲਾਇਆ? ਸਰਕਟ ਨੂੰ ਇਦਾਂ ਥੋੜਾ ਓਪਨ ਰਹਿਣ ਤਾ ਤੇ ਇੱਥੇ ਬਲਬ ਹੈ। ਆ ਬਲਬ ਹੋ ਗਿਆ, ਬੈਟਰੀ ਹੋ ਗਿਆ, ਪਲੱਗ ਕੀ ਹੋ ਗਿਆ ਜਾਂ ਇਹਨੂੰ ਸਵਿਚ ਲਿਖ ਦੇਣਾ। ਸਰਕਟ ਤੇ ਓਪਨ ਆ, ਸਰਕਟ ਦੇ ਇੱਥੋਂ ਜੁੜਿਆ ਹੀ ਨਹੀਂ ਤੇ ਫਿਰ ਬਲਬ ਗਲੋ ਨਹੀਂ ਕਰੂਗਾ। ਤੇ ਆਪਾਂ ਇਹਦੇ ਵਿੱਚ ਕੋਈ ਵੀ ਮੈਟਲ ਰੋਡ ਫਿਕਸ ਕਰ ਦਿੰਨੀ, ਜਿੱਥੋਂ ਸਰਕਟ ਓਪਨ ਹੀ ਇੱਥੇ ਰੋਡ ਫਿਕਸ ਕਰਤੀ ਤੇ ਬਲਬ ਗਲੋ ਕਰਨ ਡੈ ਪਿਆ। ਇਹਦਾ ਮਤਲਬ ਇਹਦੇ ਵਿੱਚੋਂ ਕਰੰਟ ਫਲੋ ਕੀਤਾ ਹੀ ਆ, ਤਾਂ ਹੀ ਤੇ ਬਲਬ ਗਲੋ ਕੀਤਾ ਹੋਊਗਾ। ਇਸ ਕਰਕੇ ਕੀ ਬਣ ਗਏ? ਗੁੱਡ ਕੰਡਕਟਰ ਆਫ ਹੀਟ ਐਂਡ ਇਲੈਕਟ੍ਰਿਸਿਟੀ। ਇਸ ਤੋਂ ਬਾਅਦ ਪੰਜਵੀਂ ਚੀਜ਼, ਫਿਫਥ,
फिफ्थ ਦੇ ਵਿੱਚ ਆਪਾਂ ਕਹਿ ਸਕਦੇ ਹਾਂ they have sonorous effect, they have sonorous effect। sonorous effect ਹੁੰਦਾ ਵਾ ਵੀ ਜਦ ਵੀ ਮੈਟਲ ਨੂੰ ਹਿੱਟ ਕਰਦੇ ਆਪਾਂ ਤੇ ਇਹਨਾਂ ਚੋਂ ਰਿੰਗਿੰਗ ਸਾਊਂਡ ਪੈਦਾ ਹੁੰਦੀ। ਜਿਵੇਂ ਤੁਹਾਡੇ ਕੋਲ ਕੋਈ ਵੀ ਮੈਟਲ ਪੀਸ ਆ, ਕੋਈ ਲੋਹੇ ਦਾ ਕੜਾ ਏ, ਉਹਨੂੰ ਜੇਕਰ ਤੁਹਾਡੇ ਕੋਲੋਂ ਐਕਸੀਡੈਂਟਲੀ ਡਿੱਗ ਪੈਂਦਾ ਵਾ ਤੇ ਖੜਖੜਾਹਟ ਦੀ ਆਵਾਜ਼ ਆਉਂਦੀ ਨਾ, ਰਿੰਗਿੰਗ ਸਾਊਂਡ, ਉਹਨੂੰ ਸੋਨਰਸ ਇਫੈਕਟ ਹੀ ਕਹੀਦਾ। ਠੀਕ ਹੈ, ਆਪਾਂ ਕਹਿ ਸਕਦੇ ਹਾਂ they have sonorous effect that is produce ringing sound while hitting। ਜਦ ਆਪਾਂ ਇਹਨਾਂ ਨੂੰ ਹਿੱਟ ਕਰਾਂਗੇ ਰਿੰਗਿੰਗ ਸਾਊਂਡ ਪੈਦਾ ਕਰਨਗੇ। produce ringing sound while hitting। ਜਿੱਦਾਂ ਆਪਾਂ ਹਿੱਟ ਕਰਦੇ ਤੇ ਰਿੰਗਿੰਗ ਸਾਊਂਡ ਪੈਦਾ ਕਰਦੇ। ਇੱਕ ਆਪਾਂ ਹੋਰ ਇੱਥੇ ਹੀ ਐਡ ਕਰ ਲੈਂਦੇ ਆ ਸਿਕਸਥ ਪ੍ਰੋਪਰਟੀ। ਸਿਕਸਥ ਪ੍ਰੋਪਰਟੀ ਹੈਗੀ ਆ ਮੈਟਲਸ ਆਰ ਲਸਟਰਸ। ਲਸਟਰਸ ਹੁੰਦੇ ਆ ਜਿਨ੍ਹਾਂ ਦੀ ਚਮਕ ਹੋਵੇ, ਜਿਨ੍ਹਾਂ ਦੇ ਸਰਫੇਸ ਨੂੰ ਜਦ ਆਪਾਂ ਦੇਖੀਏ ਤੇ ਉਹਨਾਂ 'ਚ ਸ਼ਾਈਨਿੰਗ ਅਪੀਅਰੈਂਸ ਹੋਵੇ। that is have shining appearance। ਚਮਕਦੇ ਨੇ, shining appearance। ਜਿੱਦਾਂ ਗੋਲਡ ਹੈ, ਗੋਲਡ ਮੈਟਲ ਕਿੰਨਾ ਚਮਕਦਾ ਏ, ਸਿਲਵਰ ਕਿੰਨਾ ਚਮਕਦਾ ਏ। ਮੈਟਲਸ ਜਿਹੜੇ ਆ ਲਸਟਰਸ ਹੁੰਦੇ ਆ, ਸ਼ਾਈਨਿੰਗ ਅਪੀਅਰੈਂਸ ਹੁੰਦੀ ਉਹਨਾਂ ਦੀ। ਤੇ ਜੇ ਇਹਦੇ ਵਿੱਚ ਆਪਾਂ ਲਿਖਣਾ ਹੋਵੇ ਤੇ ਆਪਾਂ ਗੋਲਡ ਨੂੰ ਐਗਜ਼ਾਮਪਲ ਦੇ ਰੂਪ 'ਚ ਲਿਖ ਲੈਨੇ। ਤੇ ਗੋਲਡ ਦਾ ਫਿਰ ਸਿੰਬਲ ਕੀ ਹੁੰਦਾ, AU। ਕਿੰਨਵੇਂ ਨੰਬਰ ਤੇ ਹੁੰਦਾ, 79 ਇਹਦਾ ਐਟੋਮਿਕ ਨੰਬਰ ਹੁੰਦਾ। ਠੀਕ ਹੈ, ਇੱਥੇ ਇਹਨਾਂ ਦੀਆਂ ਫਿਜ਼ੀਕਲ ਪ੍ਰੋਪਰਟੀਜ਼ ਖਤਮ ਹੁੰਦੀਆਂ। ਇਹਨੂੰ ਵੀਡੀਓ ਨੂੰ ਕਰ ਲਿਓ ਪੌਜ਼ ਤੇ ਨੋਟ ਕਰ ਲਿਓ, ਮੈਂ ਕੈਮੀਕਲ ਪ੍ਰੋਪਰਟੀਜ਼ ਵੀ ਕਵਰ ਕਰਾਵਾਂ ਥੋੜ੍ਹੀਆਂ। ਇਹਦੇ ਹੀ ਫਿਜ਼ੀਕਲੀ ਮੈਟਲਸ ਕਿਵੇਂ ਦੇ ਹੁੰਦੇ ਆ, ਆਪਾਂ ਕੱਲ ਵੀ ਥੋੜੇ ਦੇਖੇ ਪੁਆਇੰਟ, ਅੱਜ ਵੀ ਪੁਆਇੰਟ ਦੇਖੇ ਕੁਝ। ਨੈਕਸਟ ਆ ਗਿਆ ਕੈਮੀਕਲੀ ਮੈਟਲਸ ਕਿਵੇਂ ਦੇ ਨੇ। ਕੈਮੀਕਲੀ ਮਤਲਬ ਰਿਐਕਸ਼ਨਸ ਨਾਲ ਰਿਲੇਟਡ। ਮੈਂ ਤੁਹਾਨੂੰ ਇੱਕ ਰਿਐਕਟੀਵਿਟੀ ਸੀਰੀਜ਼ ਬਣਾ ਕੇ ਦਿੰਦਾ। ਆਪਾਂ ਇੱਥੇ ਹੈਡਿੰਗ ਦੇ ਨਾਲ ਹੀ ਪਹਿਲੋਂ ਲਿਖ ਲੈਣਾ ਨੋਟ ਪਾ ਕੇ, ਰਿਐਕਟੀਵਿਟੀ ਸੀਰੀਜ਼। ਰਿਐਕਟੀਵਿਟੀ ਸੀਰੀਜ਼ ਇਹਦੇ ਤੋਂ ਪਤਾ ਲੱਗੂਗਾ ਵੀ ਕਿਹੜਾ ਮੈਟਲ ਆ ਜਿਹੜਾ ਸਭ ਤੋਂ ਜ਼ਿਆਦਾ ਰਿਐਕਸ਼ਨ ਕਰੂਗਾ, ਵੀ ਹਾਈ ਰਿਐਕਟਿਵ ਕਿਹੜਾ ਹੈਗਾ। ਰਿਐਕਟੀਵਿਟੀ ਸੀਰੀਜ਼ ਦੇ ਵਿੱਚ ਪਹਿਲੇ ਨੰਬਰ ਤੇ ਆਉਂਦਾ ਪੋਟਾਸ਼ੀਅਮ, ਜਿਹਦਾ ਸਿੰਬਲ ਕੀ ਹੁੰਦਾ। ਦੂਜੇ ਨੰਬਰ ਤੇ ਆਉਂਦਾ ਸੋਡੀਅਮ, Na ਸਿੰਬਲ ਹੁੰਦਾ। ਤੀਜੇ ਨੰਬਰ ਤੇ ਆਉਂਦਾ ਮੈਗਨੀਸ਼ੀਅਮ, Mg ਸਿੰਬਲ ਹੁੰਦਾ। ਨਹੀਂ ਸੌਰੀ, ਤੀਜੇ ਨੰਬਰ ਤੇ ਆਉਂਦਾ ਵਾ ਕੈਲਸ਼ੀਅਮ, ਫਿਰ ਆਉਂਦਾ ਮੈਗਨੀਸ਼ੀਅਮ। ਠੀਕ ਹੈ, K ਫॉर ਕੀ ਹੈਗਾ, ਪੋਟਾਸ਼ੀਅਮ। ਪੋਟਾਸ਼ੀਅਮ। Na ਫॉर ਕੀ ਹੈਗਾ, ਸੋਡੀਅਮ। Ca ਫॉर ਕੀ ਹੈਗਾ, ਕੈਲਸ਼ੀਅਮ। Mg ਫॉर ਕੀ ਹੈਗਾ, ਮੈਗਨੀਸ਼ੀਅਮ। ਉਸ ਤੋਂ ਬਾਅਦ ਚ ਅੱਗੇ ਆਊਗਾ ਅਲਮੀਨੀਅਮ, ਜ਼ਿੰਕ ਤੇ ਆਇਰਨ। Al ਫॉर ਹੈਗਾ ਅਲੂਮੀਨੀਅਮ, Zn ਫॉर ਹੈਗਾ ਜ਼ਿੰਕ, Fe ਹੈਗਾ ਆਇਰਨ। ਫਿਰ ਆ ਜਾਣਾ Pb, ਲੈਡ। ਠੀਕ ਹੈ,
इत्थे कुछ लिखे इस तो बाद भी हुंदे ने H हाइड्रोजन इनेसेंट हाइड्रोजन जे हाइड्रोजन दा मॉलिक्यूल नहीं है H दे आले दुआले दा स्केयर ब्रैकेट पाउणी हाइड्रोजन तो हेठा हुंदा वा कॉपर कॉपर तो हेठा मरकरी तो हेठा सिल्वर ते सिल्वर तो हेठा हुंदा गोल्ड। ਇਹ ਤਾਂ ਆਪਣੀ ਬੁੱਕ ਤੇ ਵੀ ਹੈਗੀ ਜੇ 10th ਸਟੈਂਡਰਡ ਦੀ ਬੁੱਕ ਤੇ 2-4 ਪੇਜ ਅੱਗੇ ਜਾਓਗੇ ਤੇ ਗ੍ਰੀਨ ਟੇਬਲ ਬਣਿਆ ਹੋਣਾ ਉੱਪਰ ਲਿਖਿਆ ਹੋਣਾ ਰਿਐਕਟੀਵਿਟੀ ਸੀਰੀਜ਼ ਮਰਕਰੀ ਸਿਲਵਰ Ag ਸਿੰਬਲ ਸਿਲਵਰ ਦਾ ਤੇ Au ਸਿੰਬਲ ਕਿਹਦਾ ਹੈਗਾ 골ਡ ਦਾ। ठीक है ये एक्टिविटी सीरीज से नाम भी लिखते सिंबल भी देखते जिदा जिदा आपां हेठां नूं आई जाने जिवें जिवें आपां हेठां नूं आई जाने डाउन द सीरीज रिएक्टिविटी की होई जानी आ डिक्रीज भी मैटल घट रिएक्ट करनगे रिएक्टिविटी डिक्रीज होई जानी। ਤੇ ਫਿਰ ਆਪਾਂ ਇਹ ਤੋਂ ਇੱਕ ਐਗਜ਼ਾਮਪਲ ਯਾਦ ਰੱਖ ਲਈਏ ਸਭ ਤੋਂ ਜ਼ਿਆਦਾ ਰਿਐਕਟਿਵ ਕੌਣ ਹੈਗਾ ਵਾ ਪੋਟਾਸ਼ੀਅਮ ਪੋਟਾਸ਼ੀਅਮ ਨੂੰ ਆਪਾਂ ਕਵਾਂਗੇ ਹਾਈਲੀ ਰਿਐਕਟਿਵ ਤੇ ਸਭ ਤੋਂ ਘੱਟ ਰਿਐਕਟਿਵ ਕਿਹੜਾ ਹੈਗਾ ਵਾ 골ਡ ਨੂੰ ਆਪਾਂ ਕਵਾਂਗੇ ਲੋ ਰਿਐਕਟਿਵ। ठीक है तो जेडे लो रिएक्टिव हुंदे उन्हां नूं नोबल मैटल भी बोल दिता जांदा नोबल मैटल। ठीक है तो ये जेडे मैटल हुंदे ने नोबल मैटल ये एग्जिस्ट करदे आ फ्री स्टेट विच मैटल्स प्रेजेंट इन फ्री स्टेट दा मतलब की हुंदा है भी ये किसी नाल जुड़े नहीं हुंदे इकल्ले हुंदे नेचर दे विच इन्हां दे नाल कुछ इंप्योरिटीज हो सकदियां मिट्टी घट्टा कंकर वगैरह पर कोई होर तरह का मैटल जां एटम नहीं होऊगा इन्हां दे नाल। ठीक है फ्री स्टेट विच हुंदे ते आ जिहड़े हाई रिएक्टिव हुंदे आ ये कित्थे हुंदे आ मैटल्स प्रेजेंट इन कंबाइंड स्टेट ये सीरीज किसी तरीके नाल याद कर लियो। ठीक है किद्दां भी कोई ट्रिक बना लो जिद्दां कुछ ट्रिक तो इदां दे भी हुंदे के फॉर कैटरीना ने कार मांगी अल्टो जिंक फरारी कुछ तुसीं अपने अकॉर्डिंग भी बना सकते पर जिद्दां मैं सुनिया वा मैं उदां दसदा पिया वा जो साडे टीचर दसदे ही कैटरीना ने कार मांगी अल्टो जिंक फरारी फिर भी क्या मिली ये तो आप कह देंगे सिल्वर कलर की ऑडी AU ऑडी लिया जाना ते AG सिल्वर लिया जाना ते फिर भी मतलब PB फिर भी क्या मिली H नूं रहन दो क्या मिली क्या मतलब कॉपर मिली मतलब मरकरी। तुसीं अपने कोलों ट्रिक बना सकते मैं एक बार फिर रिपीट कर दिना कैटरीना ने कार मांगी अल्टो जिंक फरारी फिर भी क्या मिली सिल्वर ऑडी। ठीक है इत्थों तक करो हजे कैमिकल प्रॉपर्टी आपां नहीं लिखी कोई आपां अज रिएक्टिविटी सीरीज याद कर ली आ ते कल आपां इहदियां रिएक्शनस देखांगे।